ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਾਵਰ ਤਖਤ ਛਤਰ ਦੇ ਮਾਲਕ, ਲੋਕ ਪਰਲੋਕ ਸਹਾਏ ਹਾਜ਼ਰ ਨਾਜ਼ਰ ਵਾਲੀਏ ਕੁਲ ਆਲਮ ਦੋ ਜਹਾਂ ਮਾਲਕ। ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਗੋਦ ਦਾ ਨਿਗਮਾਨ ਰਹੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਵਡਭਾਗੇ ਹੋ ਅੱਜ ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਗੁਰੂ ਘਰ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲ ਕਰ ਰਹੇ ਹੋ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਘ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ ਕਰ ਰਹੇ ਹਨ। ਮਾਘ ਤੇ ਫੱਗਣ ਦਾ ਮਹੀਨਾ ਦੋਨਾਂ ਦਾ ਜੋ ਸਾਂਝੀ ਰੁੱਤ ਹੈ ਉਸ ਨੂੰ ਹਿਮਕਰ ਰੁੱਤ ਕਿਹਾ ਜਾਂਦਾ ਹੈ। ਸੋ ਰੁੱਤਾਂ ਦੇ ਬਾਬਤ ਮੇਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਰੁੱਤਾਂ ਦੀ ਬਾਣੀ ਦੇ ਵਿੱਚ ਕਥਨ ਕਰਦੇ ਨੇ, ਹਿਮਕਰ ਰੁੱਤ ਮਨ ਭਾਵਤੀ ਮਾਘ ਫੱਗਣ ਗੁਣਵੰਤ ਜੀਓ ਰਾਮ ਕਲੀ ਰਾਗ ਦੇ ਅੰਦਰ। ਗੁਰੂ ਪਿਆਰੀ ਸਾਧ ਸੰਗਤ ਜੀਓ, ਮਾਘ ਮਹੀਨੇ ਦੀ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਆਪਾਂ ਅੱਜ ਦੇ ਪਾਵਨ ਦਿਹਾੜੇ ਦੇ ਇਤਿਹਾਸ ਦੇ ਵੱਲ ਝਾਤ ਮਾਰ ਲਈਏ। ਇਸ ਮਹੀਨੇ ਦਾ ਸਿੱਖ ਜਗਤ ਦੇ ਵਿੱਚ ਬਹੁਤ ਵੱਡਾ ਇਤਿਹਾਸ ਹੈ। ਇਸ ਇਤਿਹਾਸ ਦੇ ਨਾਲ ਸੰਬੰਧਿਤ ਦੋ ਘਟਨਾਵਾਂ ਮਾਘੀ ਦੇ ਨਾਲ ਜੁੜੀਆਂ ਹੋਈਆਂ ਨੇ। ਆਪਾਂ ਟੁਕ ਮਾਤਰ ਵਿਚਾਰ ਕਰਕੇ ਸ਼ਬਦ ਦੇ ਅਰਥ ਵੀ ਕਰਨੇ ਨੇ। ਪਹਿਲੀ ਘਟਨਾ ਸਿੱਖ ਜਗਤ ਦਾ ਸਭ ਤੋਂ ਸ਼੍ਰੋਮਣੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਹੈ। ਇਸ ਦੀ ਨੀਂਹ ਰੱਖਣ ਵਾਸਤੇ ਸਤਿਗੁਰੂ ਜੀ ਨੇ ਦੋ ਚੀਜ਼ਾਂ ਦੀ ਚੋਣ ਕੀਤੀ। ਨੀਂਹ ਕਿਹੜੇ ਦਿਨ ਰੱਖੀ ਜਾਵੇ ਤੇ ਨੀਂਹ ਕਿਸ ਤੋਂ ਰਖਾਈ ਜਾਵੇ। ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਧਾਰਮਿਕ ਵਿਵਾਦਾਂ ਦੇ ਵਿੱਚ ਗ੍ਰਸੇ ਜਗਤ ਨੂੰ ਸਹੀ ਰਸਤੇ ਪਾਉਣ ਦੇ ਲਈ ਜੋ ਧਰਮ ਦੇ ਨਾਂ ਤੇ ਬਹੁਤ ਸਾਰੇ ਝਗੜੇ ਵਿਰੋਧ ਵਧੇ ਹੋਏ ਹਨ, ਉਹਨਾਂ ਤੋਂ ਉੱਪਰ ਉੱਠ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇ ਘਰ ਦੀ ਮਹੱਤਤਾ ਦਰਸਾਉਣ ਦੇ ਲਈ, ਜਿਸ ਘਰ ਦੇ ਵਿੱਚ ਹਿੰਦੂ ਮੁਸਲਿਮ ਸਿੱਖ ਈਸਾਈ ਦਾ ਇੱਕੋ ਜਿਹਾ ਸਤਿਕਾਰ ਹੈ, 4 ਵਰਨਾ ਕੋ ਉਪਦੇਸ਼ ਸਾਂਝਾ ਭਾਵ ਸਾਰੇ ਵਰਨਾਂ ਨੂੰ ਇੱਕੋ ਉਪਦੇਸ਼ ਹੈ ਦੀ ਗੱਲ ਨੂੰ ਅਸਲ ਦੇ ਵਿੱਚ ਲਿਆਂਦਾ। ਜਿਵੇਂ ਗੁਰੂ ਨਾਨਕ ਦੇ ਸਮੇਂ ਤੋਂ ਆਪ ਜੀ ਤੱਕ ਚੱਲਿਆ ਆ ਰਿਹਾ ਸੀ, ਸੋ ਆਪ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖਣ ਦੇ ਲਈ ਆਪਣੇ ਆਤਮਿਕ ਮਿੱਤਰ ਸਾਈਂ ਮੀਆਂ ਮੀਰ ਨੂੰ ਚੁਣਿਆ, ਜਿਨ੍ਹਾਂ ਦੇ ਹੱਥੋਂ 1 ਮਾਘ ਸੰਮਤ 1645 ਨੂੰ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰਖਵਾਈ। ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖਣ ਤੋਂ ਸਿੱਖ ਜਗਤ ਦੇ ਵਿੱਚ ਇਸ ਦਿਹਾੜੇ ਦੀ ਮਹੱਤਤਾ ਗੁਰਮਤਿ ਦੇ ਅਨੁਸਾਰ ਬਣ ਗਈ। ਆਪ ਸਭ ਸੰਗਤਾਂ ਨੂੰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨੀਂਹ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਅੱਜ ਦੇ ਪਾਵਨ ਦਿਨ 1 ਮਾਘ ਨੂੰ ਸੰਮਤ 1645 ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਮੇਰੇ ਪਾਤਸ਼ਾਹ ਦੇ ਆਤਮਿਕ ਮਿੱਤਰ ਸਾਈਂ ਮੀਆਂ ਮੀਰ ਜੀ ਨੇ ਰੱਖੀ ਸੀ। ਸਾਧ ਸੰਗਤ ਜੀ, ਦੂਸਰਾ ਜਿਹੜਾ ਅੱਜ ਦੇ ਪਵਿੱਤਰ ਦਿਨ ਦਾ ਇਤਿਹਾਸਕ ਹੈ ਉਹ ਹੈ ਜੀ ਸਿੱਖ ਇਤਿਹਾਸ ਦੇ ਵਿੱਚ ਦੂਜੀ ਘਟਨਾ ਮੁਕਤਸਰ ਸਾਹਿਬ ਦੇ ਪਵਿੱਤਰ ਅਸਥਾਨ ਦੇ ਨਾਲ ਜੁੜੀ ਹੋਈ ਹੈ। ਪੰਜਾਬ ਦੇ ਪ੍ਰਸਿੱਧ ਜੋੜ ਮੇਲਿਆਂ ਦੇ ਵਿੱਚ ਇਸ ਜੋੜ ਮੇਲੇ ਦਾ ਨਿਰਾਲਾ ਹੀ ਰੂਪ ਹੀ ਹੈ। ਇਹ ਜੋੜ ਮੇਲਾ ਭਾਈ ਮਹਾਂ ਸਿੰਘ ਜੀ ਦੇ ਸਮੇਤ 40 ਮੁਕਤਿਆਂ ਨੂੰ ਸਮਰਪਿਤ ਹੈ। ਇਹ ਜੰਗ ਭਾਵੇਂ 22 ਵਿਸਾਖ 1762 ਬਿਕਰਮੀ ਸੰਪਤ ਨੂੰ ਹੋਈ, ਪਰ ਭਾਈ ਲੰਗਰ ਸਿੰਘ ਜੀ ਜੋ ਉਸ ਵੇਲੇ ਗੁਰੂ ਜੀ ਦੇ ਨਾਲ ਸਨ, ਜਿਨ੍ਹਾਂ ਦਾ ਮਕਾਨ ਹੁਣ
ਤੱਕ ਹਰੀ ਕੇ ਪਿੰਡ ਉੱਗਾ ਹੈ। ਕਈ ਵਰੇ ਪਿੱਛੋਂ ਇਸ ਅਸਥਾਨ ਤੇ ਪੱਤੇ ਸਿੰਘਾਂ ਦੇ ਦਲਾਂ ਨੂੰ ਦੱਸ ਕੇ ਸਾਰੇ ਸਿੰਘਾਂ ਦੇ ਨਾਲ ਗੁਰਮੱਤਾ ਕਰਕੇ ਮਾਘੀ ਦਾ ਜੋੜ ਮੇਲਾ ਠਹਿਰਾਇਆ, ਕਿਉਂਕਿ ਪਾਣੀ ਦੀ ਕਿੱਲਤ ਭਾਵ ਘਾਟ ਹੋਣ ਕਰਕੇ ਇਹ ਰੁੱਤ ਮਾਲਵੇ ਵਿੱਚ ਯਾਤਰਾ ਕਰਨ ਦੇ ਲਈ ਚੰਗੀ ਮੰਨੀ ਗਈ ਸੀ। ਵੈਸਾਖ ਦੇ ਵਿੱਚ ਜੰਗ ਹੋਣ ਸੰਬੰਧੀ ਬਹੁਤੇ ਵਿਦਵਾਨਾਂ ਦੀ ਇੱਕੋ ਰਾਏ ਹੈ। ਜੈਸਾ ਕਿ ਮਹਾਨ ਕੋਸ਼ ਦੇ ਵਿੱਚ ਭਾਈ ਕਾਹਨ ਸਿੰਘ ਨਾਮਾ ਤੇ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਤੇ ਮਾਲਵਾ ਇਤਿਹਾਸ ਦੇ ਵਿੱਚ ਸੰਤ ਵਿਸਾਖਾ ਸਿੰਘ ਜੀ, ਇਹਨਾਂ ਨੇ ਕੇਵਲ ਵੈਸਾਖ ਦਾ ਮਹੀਨਾ ਲਿਖਿਆ ਹੈ। ਪਰ ਦਸਮ ਗੁਰੂ ਚਮਤਕਾਰ ਦੇ ਵਿੱਚ ਸੋਢੀ ਤੇਜਾ ਸਿੰਘ ਜੀ ਨੇ 22 ਵੈਸਾਖ ਵੀ ਲਿਖਿਆ ਹੈ। ਸੋ ਸਾਧ ਸੰਗਤ ਜੀ, ਬਹੁਤੇ ਵਿਦਵਾਨਾਂ ਦੀ ਇੱਕੋ ਹੀ ਰਾਏ ਹੈ। ਵਿਸਾਖ ਦੇ ਮਹੀਨੇ ਦੀ ਗੱਲ ਨੂੰ ਮੰਨ ਕੇ ਇਹੋ ਨਤੀਜਾ ਨਿਕਲਿਆ ਕਿ ਯੁੱਧ ਗਰਮੀ ਦੀ ਰੁੱਤ ਵਿੱਚ ਹੋਇਆ ਹੋਵੇਗਾ। ਜੇ ਇਸ ਨੂੰ ਸਮੇਂ ਦੀ ਲੋੜ ਨੇ ਤਬਦੀਲ ਕਰਕੇ ਸਰਦੀ ਦੀ ਰੁੱਤ ਵਿੱਚ ਲੈ ਆਉਂਦਾ, ਪਰ ਯਾਦ ਉਹੀ ਮੁਕਤਸਰ ਸਾਹਿਬ ਦੇ ਸ਼ਹੀਦਾਂ ਦੀ ਹੈ। ਸਾਧ ਸੰਗਤ ਜੀ, ਆਪਾਂ ਅੱਜ ਦੇ ਪਾਵਨ ਸੰਗਰਾਂਦ ਦੇ ਗੁਰ ਸ਼ਬਦ ਦੇ ਨਾਲ ਜੁੜਨ ਦਾ ਯਤਨ ਕਰੀਏ। ਮਾਘੀ ਦੇ ਪਾਵਨ ਇਤਿਹਾਸ ਦੇ ਸੰਬੰਧੀ ਇੱਕ ਖਾਸ ਵੀਡੀਓ ਰਿਕਾਰਡ ਕਰਕੇ ਚੈਨਲ ਤੇ ਪਾਈ ਗਈ ਆ। ਸਾਧ ਸੰਗਤ ਜੀ, ਤੁਸੀਂ ਉਸ ਦੇ ਵਿੱਚੋਂ ਇਸ ਤੋਂ ਅੱਗੇ ਸਰਵਣ ਕਰ ਸਕਦੇ ਹੋ। ਆਓ ਆਪਾਂ ਅੱਜ ਦੇ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਘ ਮੱਜਨ ਸੰਗ ਸਾਧੂਆਂ ਤੂੜੀ ਕਰ ਇਸਨਾਨ। ਮਾਘ ਮੰਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ। ਮਾਘ ਭਾਵ ਨਖੱਤਰ ਵਾਲੀ ਪੂਰਨਮਾਸੀ ਦਾ ਮਹੀਨਾ। ਮਾਘ ਮਹੀਨਾ ਸਾਧ ਸੰਗਤ ਜੀ, ਇਸ ਮਹੀਨੇ ਦਾ ਪਹਿਲਾ ਦਿਨ ਹਿੰਦੂ ਸ਼ਾਸਤਰਾਂ ਅਨੁਸਾਰ ਬੜਾ ਪਵਿੱਤਰ ਹੈ। ਹਿੰਦੂ ਸੱਜਣ ਮਾਘੀ ਵਾਲੇ ਦਿਨ ਪ੍ਰਯਾਗ ਤੀਰਥਾਂ ਤੇ ਇਸ਼ਨਾਨ ਕਰਨਾ ਬਹੁਤ ਪੁੰਨ ਦਾ ਕੰਮ ਸਮਝਦੇ ਹਨ, ਪਰ ਇਸ ਮਹੀਨੇ ਦੀ ਸਿੱਖ ਧਰਮ ਦੇ ਵਿੱਚ ਬਹੁਤ ਮਹਾਨਤਾ ਏ। ਆਪ ਜੀ ਦੇ ਨਾਲ ਆਪਾਂ ਪਿੱਛੇ ਸਾਂਝ ਪਾਈ। ਇਸ ਮਹੀਨੇ ਦੇ ਵਿੱਚ ਦੋ ਵੱਡੇ ਕਾਰਜ, ਜਿਹੜੇ ਇਤਿਹਾਸਿਕ ਕਾਰਜ ਇਸ ਮਹੀਨੇ ਦੇ ਵਿੱਚ ਜੁੜੇ ਹੋਏ ਨੇ, ਬਹੁਤ ਮਹਾਨਤਾ ਮਿਲੀ ਹੋਈ ਹੈ ਸਿੱਖ ਧਰਮ ਦੇ ਵਿੱਚ ਵੀ ਇਸ ਨੂੰ। ਮੇਰੇ ਪਾਤਸ਼ਾਹ ਅੱਜ ਦੇ ਗੁਰ ਸ਼ਬਦ ਦੀ ਪਹਿਲੀ ਪੰਕਤੀ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ। ਫਰਮਾਨ ਕਰਦੇ ਨੇ ਕਿ ਮਾਘ ਦੇ ਮਹੀਨੇ ਦੁਆਰਾ, ਜਿਸ ਤਰ੍ਹਾਂ ਮਾਘ ਦੇ ਮਹੀਨੇ ਵਿੱਚ ਹਿੰਦੂ ਲੋਕ ਪ੍ਰਾਂਗ ਰਾਜ ਜਾ ਕੇ ਤ੍ਰਿਬੈਣੀ ਦੇ ਵਿੱਚ ਇਸ਼ਨਾਨ ਕਰਨ ਦਾ ਬਹੁਤ ਵੱਡਾ ਮਹਾਤਮ ਸਮਝਦੇ ਹਨ, ਇਸੇ ਤਰ੍ਹਾਂ ਜੋ ਸਾਧੂ ਸ੍ਰੇਸ਼ਟ ਗੁਣਾ ਵਾਲੇ ਮਹਾਪੁਰਸ਼ਾਂ ਦੇ ਸੰਗ ਨਾਲ ਮਿਲ ਕੇ ਉਹਨਾਂ ਦੀ ਚਰਨ ਧੂੜ ਦੇ ਵਿੱਚ ਇਸ਼ਨਾਨ ਕਰਦਾ ਹੈ, ਉਸ ਨੂੰ ਪੂਰਬਾਂ ਦੇ ਇਸ਼ਨਾਨ ਤੋਂ ਵੀ ਵਧੇਰੇ ਫਲ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਜੀ, ਜਿਸ ਤਰ੍ਹਾਂ ਭਾਰਦਵਾਜ ਨੇ ਪਹਿਲਾਂ ਪ੍ਰਾਂਗ ਦਾ ਕੁੰਭ ਸ਼ੁਰੂ ਕੀਤਾ, ਇਹ ਤਾਂ 12 ਸਾਲ ਬਾਅਦ ਆਉਂਦਾ, ਪਰ ਜੋ ਸੰਤਾਂ ਦੀ ਧੂੜੀ ਦਾ ਕੁੰਭ ਹੈ ਉਹ ਨਿਤ ਲੱਗਿਆ ਰਹਿੰਦਾ। ਜੋ ਮਨੁੱਖਾ ਸਰੀਰ ਦੇ ਵਿੱਚ ਸੱਤੋ ਗੁਣ ਪ੍ਰਧਾਨ ਹੋਣਾ ਹੈ, ਇਹ ਮਾਘ ਦਾ ਮਹੀਨਾ ਹੈ। ਮਾਘ ਦੇ ਮਹੀਨੇ ਵਿੱਚ ਸੂਰਜ ਮਗਰਮੱਛ ਦੀ ਸ਼ਕਲ ਦੀ 10ਵੀਂ ਰਾਸ ਦੇ ਵਿੱਚ ਪ੍ਰਵੇਸ਼ ਕਰਦਾ ਏ। ਸਤ ਸੰਗਤ ਵਿੱਚ ਜੋ ਸ਼ਰਧਾ ਬਣਦੀ ਏ, ਮਕਰ ਰਾਸ਼ੀ ਏ। ਸਾਧ ਸੰਗਤ ਜੀ, ਮਨ ਨੂੰ ਵਿਕਾਰਾਂ ਦੇ ਵੱਲੋਂ ਰੋਕਣਾ, ਉਸ ਨੂੰ ਸ਼ੁਭ ਉਦੇਸ਼ ਦੇਣਾ ਹੈ। ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹੀਂ ਕੀਨੀ। ਸਾਧ ਸੰਗਤ ਜੀ, ਮਨ ਨੂੰ ਵਿਕਾਰਾਂ ਦੇ ਵੱਲੋਂ ਰੋਕਣਾ ਤੇ ਗੁਰੂ ਦੀ ਦੱਸੀ ਸਿੱਖਿਆ ਤੇ ਅਮਲ ਕਰਨਾ, ਉਸ ਨੂੰ ਸ਼ੁਭ ਉਪਦੇਸ਼ ਦੇਣਾ ਹੈ। ਅਗਲੀ ਪੰਕਤੀ ਦੇ ਅੰਦਰ ਮੇਰੇ ਪਾਤਸ਼ਾਹ ਕਹਿ ਰਹੇ ਨੇ, ਹਰਿ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ।
ਹਰਿ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਦਾਨ ਤੋਂ ਭਾਵ ਨਾਮ ਦਾ ਦਾਨ। ਨਿਮਰਤਾ ਭਾਵ ਦੇ ਨਾਲ ਗੁਰਮੁਖਾਂ ਦੀ ਸੰਗਤ ਕਰ, ਉਥੇ ਪ੍ਰਮਾਤਮਾ ਦਾ ਨਾਮ ਜਪ, ਪ੍ਰਮਾਤਮਾ ਦੀ ਸਿਫਤ ਸਲਾਹ ਸੁਣ, ਹੋਰ ਸਭਨਾਂ ਨੂੰ ਇਹ ਨਾਮ ਦੀ ਦਾਤ ਵੰਡ। ਸਾਧ ਸੰਗਤ ਜੀ, ਸਰਵਣੀ ਸੁਣੀਏ ਰਸਨਾ ਗਾਈਏ, ਹਿਰਦੇ ਧਿਆਈਏ ਸੋਈ। ਭਾਵ ਸਤਿਪੁਰਸ਼ਾਂ ਦੀ ਸੰਗਤ ਦੇ ਵਿੱਚ ਬੈਠ ਕੇ ਪਹਿਲਾਂ ਪਰਮੇਸ਼ਰ ਦਾ ਨਾਮ ਕੰਨਾਂ ਦੇ ਨਾਲ ਸੁਣਨਾ ਤੇ ਫਿਰ ਉਸ ਨੂੰ ਹਿਰਦੇ ਦੇ ਵਿੱਚ ਧਿਆਣਾ। ਸਤ ਪੁਰਸ਼ਾਂ ਦੀ ਸੰਗਤ ਕਿੱਥੇ ਹੁੰਦੀ ਏ? ਸਤ ਸੰਗਤ ਜਿਹੜੀ ਗੁਰੂ ਘਰ ਦੇ ਵਿੱਚ ਇਕੱਤਰ ਹੁੰਦੀ ਏ, ਉੱਥੇ ਬੈਠ ਕੇ ਪਰਮਾਤਮਾ ਦੀ ਭਜਨ ਬੰਦਗੀ ਸਿਫਤ ਸਲਾਹ ਸੁਣਨੀ ਕੰਨਾਂ ਦੇ ਨਾਲ ਤੇ ਫਿਰ ਰਸਨਾ ਦੇ ਨਾਲ ਜਪਣਾ ਤੇ ਉਸ ਨੂੰ ਹਿਰਦੇ ਦੇ ਵਿੱਚ ਧਿਆਣਾ। ਜਦੋਂ ਸਤਿਗੁਰੂ ਜੀ ਆਨੰਦਪੁਰ ਸਾਹਿਬ ਦੇ ਵਿੱਚ ਤੁਰਕਾਂ ਅਤੇ ਪਹਾੜੀਆਂ ਦੇ ਨਾਲ ਲੜ ਰਹੇ ਸਨ, ਤਾਂ ਕੋਈ ਵੀ ਦੁਸ਼ਮਣ ਆ ਕੇ ਸਤਿਗੁਰੂ ਜੀ ਦੇ ਲੰਗਰ ਦੇ ਵਿੱਚ ਪ੍ਰਸ਼ਾਦਾ ਛਕ ਜਾਇਆ ਕਰੇ ਤੇ ਪ੍ਰਸ਼ਾਦੇ ਮੌਕੇ ਸਿੰਘ ਵੀ ਕਿਸੇ ਨੂੰ ਰੋਕਦੇ ਨਹੀਂ। ਭਾਈ ਕਨ੍ਹਈਆ ਜੀ ਤਾਂ ਮੋਰਚਿਆਂ ਦੇ ਵਿੱਚ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ। ਸਤਿਗੁਰਾਂ ਨੇ ਭਾਈ ਕਨ੍ਹਈਏ ਨੂੰ ਮਲਮ ਪੱਟੀ ਵੀ ਦਿੱਤੀ। ਇੱਥੇ ਇਹੀ ਸਿੱਖਿਆ ਲੈਣੀ ਕਿ ਲੰਗਰ ਵਰਤਾਉਣ ਦੇ ਵੇਲੇ ਕਿਸੇ ਦੀ ਜਾਤ ਪਾਤ ਨਹੀਂ ਵੇਖਣੀ, ਸਭ ਨੂੰ ਅੰਨ ਦੇਣਾ ਚਾਹੀਦਾ ਹੈ। ਪਹਿਲਾਂ ਪੁਰਾਤਨ ਗੁਰਸਿੱਖ ਨਵੇਂ ਗੁਰਸਿੱਖਾਂ ਨੂੰ ਚੌਹਾਂ ਤਖਤਾਂ ਦੀ ਯਾਤਰਾ ਕਰਵਾ ਕੇ ਤੁਰ ਕੇ ਕਰਵਾਇਆ ਕਰਦੇ ਸਨ। ਇਹਨਾਂ ਨੂੰ ਪਤਾ ਲੱਗ ਜਾਵੇ ਕਿ ਕਿਵੇਂ ਕਿਸੇ ਜਗ੍ਹਾ ਥੱਕ ਟੁੱਟ ਕੇ ਜਾਈਦਾ ਹੈ, ਉਸ ਨੂੰ ਵਸਤਰ ਅੰਨ ਪਾਣੀ ਦੀ ਕਿਤਨੀ ਲੋੜ ਪੈਂਦੀ ਹੈ। ਸੋ ਇਸੇ ਤਰ੍ਹਾਂ ਆਪਾਂ ਸੇਵਾ ਕਰਾਂਗੇ, ਨਾਮ ਜਪਾਂਗੇ ਤਾਂ ਇਸ ਦਾ ਫਲ ਕੀ ਹੋਵੇਗਾ? ਮੇਰੇ ਪਾਤਸ਼ਾਹ ਅੱਗੇ ਦੱਸਦੇ ਨੇ, ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਰੋੜਾਂ ਜਨਮਾਂ ਦੇ ਕਰਮਾਂ ਦੀ ਮੈਲ, ਜਨਮ ਦੇਣ ਵਾਲੇ ਸੰਚਿਤ ਕਰਮਾਂ ਦੀ ਮੈਲ ਮਨ ਦੇ ਵਿੱਚੋਂ ਜਾਤੀ ਭਾਵ ਉਤਰ ਜਾਂਦੀ ਹੈ। ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ ਮਨ ਤੋਂ ਲਹਿ ਜਾਏਗੀ ਤੇ ਤੇਰੇ ਮਨ ਦੇ ਵਿੱਚੋਂ ਹੰਕਾਰ ਦੂਰ ਹੋ ਜਾਵੇਗਾ। ਸਾਧ ਸੰਗਤ ਜੀ, ਕੀ ਦੂਰ ਹੋ ਜਾਵੇਗਾ? ਹੰਕਾਰ। ਮੇਰੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਨਮ ਜਨਮ ਕੀ ਮੈਲ ਉਤਰੈ, ਬੰਧਨ ਕਾਟ ਹਰ ਸੰਗ ਮਿਲਾਏ। ਭੈਰੋ ਰਾਗ ਦੇ ਅੰਦਰ ਮੇਰੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਾਮ ਕ੍ਰੋਧ ਨ ਮੋਹੀਐ, ਬਿਨਸੈ ਲੋਭ ਸੁਆਨ। ਕਾਮ ਕ੍ਰੋਧ ਨ ਮੋਹੀਐ, ਬਿਨਸੈ ਲੋਭ ਸੁਆਨ। ਕਾਮ ਤੋਂ ਭਾਵ ਕਾਮ ਦੇ ਵਿੱਚ, ਕ੍ਰੋਧ ਕ੍ਰੋਧ ਦੇ ਵਿੱਚ, ਮੋਹੀਐ ਠੱਗੇ ਜਾਈਏ। ਸੁਆਨ ਕੁੱਤਾ। ਸਿਮਰਨ ਦੀ ਬਰਕਤ ਦੇ ਨਾਲ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ ਨਹੀਂ ਫਸੀਦਾ। ਲੋਭ ਕੁੱਤਾ ਵੀ ਮੁੱਕ ਜਾਂਦਾ ਹੈ। ਲੋਭ ਜਿਸ ਦੇ ਅਸਰ ਹੇਠਾਂ ਮਨੁੱਖ ਕੁੱਤੇ ਵਾਂਗ ਦਰ ਦਰ ਭਟਕਦਾ ਹੈ। ਸਾਧ ਸੰਗਤ ਜੀ, ਸਤ ਸੰਗਤ ਦੇ ਪ੍ਰਤਾਪ ਕਰਕੇ ਕਾਮ ਕ੍ਰੋਧ ਤੇ ਮੋਹ ਆਪਣੇ ਵਸ ਨਹੀਂ ਕਰ ਸਕਦੇ। ਕਾਮ ਤੇ ਕ੍ਰੋਧ ਆਦਿ ਸ਼ੂਤਰ, ਇਹ ਲੋਕ ਰੂਪ ਸੁਆਨ ਕੁੱਤਾ ਵੀ ਬਿਨਸੇ ਬਿਨਸ ਜਾਂਦਾ, ਭਾਵ ਨਾਸ ਹੋ ਜਾਂਦਾ ਹੈ। ਇਹ ਪੰਜੇ ਵਿਕਾਰ ਉਹ ਸ਼ਕਤੀਆਂ ਹਨ ਜਿਨ੍ਹਾਂ ਨੇ ਸੰਸਾਰ ਦੇ ਪੂਰੇ ਜੀਵਾਂ ਨੂੰ ਵਸ ਦੇ ਵਿੱਚ ਕੀਤਾ ਹੋਇਆ ਹੈ। ਪਰ ਵੱਡੇ ਵੱਡੇ ਦੇਵਤੇ ਵੀ ਇਹਨਾਂ ਦੀ ਮਾਰ ਤੋਂ ਨਹੀਂ ਬਚ ਸਕੇ। ਇਹਨਾਂ ਵਿੱਚ ਸਭ ਤੋਂ ਪਹਿਲਾ ਨੰਬਰ ਕਾਮ ਦਾ ਏ। ਜਦੋਂ ਵੀ ਇਹਨਾਂ ਵਿਕਾਰਾਂ ਦੀ ਗਿਣਤੀ ਸ਼ੁਰੂ ਹੁੰਦੀ ਏ, ਕਾਮ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ। ਕਾਮ ਕਾਮ ਸਭ ਕੋ ਕਹੈ, ਕਾਮ ਨਾ ਜਾਣੇ ਕੋਏ। ਜੇਤੀ ਮਨ ਕੀ ਕਾਮਨਾ, ਕਾਮ ਕਹਾਵੈ ਸੋਏ। ਕਾਮ ਸੋ ਇੱਥੇ ਸਿੱਧ ਹੋਇਆ ਕਿ ਮਨ ਦੀ ਕਾਮਨਾ ਨੂੰ ਹੀ ਕਾਮ ਕਿਹਾ ਜਾਂਦਾ ਹੈ। ਇੱਥੇ ਇੱਕ ਸਵਾਲ ਪੈਦਾ ਹੁੰਦਾ ਸਾਧ ਸੰਗਤ ਜੀ, ਜਦੋਂ ਅਸੀਂ ਕਹਿੰਦੇ ਆ ਕਿ ਫਲਾਣਾ ਪੁਰਸ਼ ਬੜਾ ਕਾਮੀ ਆ, ਤਾਂ ਸਾਡਾ ਧਿਆਨ ਸਿੱਧਾ ਉਸ ਦੇ ਵਿਕਾਰੀ ਕਰਮਾਂ ਤੇ ਜਾਂਦਾ ਹੈ। ਜੇ ਮਨ ਦੀ ਸਾਰੀ ਕਾਮਨਾ ਹੀ ਕਾਮ ਹੈ, ਫਿਰ ਐਸਾ ਕਿਉਂ?
ਇਸ ਦਾ ਉੱਤਰ ਇਹ ਹੈ ਕਿ ਜਿਵੇਂ ਕਿਸੇ ਥਾਂ ਤੇ ਬਹੁਤ ਸਾਰੇ ਬ੍ਰਾਹਮਣਾਂ ਦੇ ਘਰ ਹੋਣ ਦੇ ਕਾਰਨ ਉਸ ਬਸਤੀ ਦਾ ਨਾਂ ਬ੍ਰਾਹਮਣ ਮਾਜਰਾ ਪੈ ਜਾਂਦਾ ਏ। ਸਰਹੰਦ ਦੇ ਨਾਲ ਐਸਾ ਨਗਰ ਦੇਖੀਦਾ ਹੈ ਤੇ ਹੋਰ ਵੀ ਥਾਵਾਂ ਐਸੀਆਂ ਨਗਰ ਹੋਣਗੀਆਂ ਜਿੱਥੇ ਹੋਰ ਜਾਤਾਂ ਦੇ ਲੋਕ ਨਹੀਂ ਹੁੰਦੇ। ਲੋਕ ਤਾਂ ਸਾਰੀਆਂ ਜਾਤਾਂ ਦੇ ਰਹਿੰਦੇ ਹਨ, ਪਰ ਬਹੁਤੀ ਵਸੋਂ ਬ੍ਰਾਹਮਣਾਂ ਦੀ ਹੋਣ ਦੇ ਕਰਕੇ ਨਾਮ ਆ ਜਿਹੜਾ ਉਹ ਬ੍ਰਹਮ ਮਾਜਰਾ ਪੈ ਗਿਆ। ਸਾਧ ਸੰਗਤ ਜੀ, ਇਸੇ ਤਰ੍ਹਾਂ ਕਈ ਪਿੰਡ ਨੇ ਜਿਨ੍ਹਾਂ ਦਾ ਨਾਮ ਉਹਨਾਂ ਦੀਆਂ ਗੋਤਾਂ ਦੇ ਵਿੱਚ ਪੈ ਜਾਂਦਾ ਏ। ਇਹ 5 ਵਿਕਾਰਾਂ ਦੇ ਵਿੱਚ ਐਸਾ ਵਿਕਾਰ ਹੈ ਜਿਸ ਨੇ ਨਾਰਦ ਦੇ ਬਾਂਦਰ ਦਾ ਮੂੰਹ ਲਵਾ ਦਿੱਤਾ। ਸ਼ਿਵਜੀ ਦੇਵਤੇ ਨੂੰ ਮੋਹਣੀ ਅਵਤਾਰ ਦੇ ਮਗਰ ਦੌੜਾ ਕੇ ਬੇਪਤ ਕੀਤਾ। ਸ੍ਰਿੰਗੀ ਰਿਸ਼ੀ ਵਰਗੇ ਇਸ ਤੋਂ ਬਚ ਨਾ ਸਕੇ। ਕ੍ਰੀਚਕ ਵਰਗੇ ਸੂਰਮੇ ਮੌਤ ਦਾ ਸ਼ਿਕਾਰ ਹੋ ਗਏ। ਇੰਦਰ ਨੂੰ ਸਰੀਰ ਤੇ ਹਜ਼ਾਰਾਂ ਪੱਗ ਹੋਣ ਦਾ ਸਰਾਪ ਮਿਲਿਆ। ਚੰਦਰਮਾ ਕਲੰਕੀ ਹੋ ਗਿਆ। ਬ੍ਰਹਮਾ ਆਪਣੀ ਪੁੱਤਰੀ ਤੇ ਮੋਹਿਤ ਹੋ ਗਿਆ। ਭਾਈ ਗੁਰਦਾਸ ਜੀ ਵਾਰਾਂ ਚੋਂ ਬਖਸ਼ਿਸ਼ ਕਰਦੇ ਨੇ, ਚਾਰੇ ਵੇਦ ਵਖਾਣ ਦਾ ਚਤੁਰਮੁਖ ਹੋਏ, ਥਰਾ ਸਿਆਣਾ ਲੋਕਾਂ ਨੇ ਸਮਝਾਏਂਦਾ, ਵੇਖ ਸੁਰਸਤੀ ਰੂਪ ਲਭਾਣਾ। ਇਸੇ ਤਰ੍ਹਾਂ ਅਨੇਕਾਂ ਉਦਾਹਰਨਾਂ ਆਉਂਦੀਆਂ ਨੇ। ਸਾਧ ਸੰਗਤ ਜੀ, ਆਪਾਂ ਅਗਲੀ ਪੰਕਤੀ ਦੇ ਵੱਲ ਜੁੜਨ ਦਾ ਯਤਨ ਕਰੀਏ। ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ। ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ। ਮਾਰਗ ਤੋਂ ਭਾਵ ਰਸਤੇ ਦੇ ਉੱਪਰ ਉਸਤਤ ਸੋਭਾ। ਇਸ ਸੱਚੇ ਰਸਤੇ ਦੇ ਉੱਤੇ ਤੁਰਿਆਂ ਜਗਤ ਸੋਭਾ ਕਰਦਾ ਏ। ਸਾਧ ਸੰਗਤ ਜੀ, ਜੋ ਮਹਾਪੁਰਸ਼ ਪ੍ਰੇਮ ਭਗਤੀ ਦੇ ਸੱਚੇ ਮਾਰਗ ਉੱਪਰ ਰਸਤੇ ਉੱਪਰ ਚੱਲਦੇ ਨੇ, ਸਾਰਾ ਜਹਾਨ ਸੰਸਾਰ ਉਹਨਾਂ ਦੀ ਉਸਤਤ ਵਡਿਆਈ ਕਰਦਾ ਏ। ਇਸ ਸੰਸਾਰ ਦੇ ਅੰਦਰ ਪ੍ਰਮਾਤਮਾ ਤੋਂ ਬਿਨਾਂ ਕੁਝ ਵੀ ਸੱਚ ਨਹੀਂ। ਸੰਸਾਰ ਤੇ ਸੰਸਾਰ ਦੇ ਪਦਾਰਥ ਸੰਬੰਧੀ ਸਭ ਮਿਥਿਆ ਰੂਪ ਹੈ। ਜੋ ਇਹਨਾਂ ਦੀ ਪ੍ਰਾਪਤੀ ਤੇ ਰਾਹ ਤੇ ਤੁਰਦੇ ਹਨ, ਇਹ ਸਭ ਝੂਠ ਦਾ ਮਾਰਗ ਹੈ। ਜੋ ਪ੍ਰਮਾਤਮਾ ਦੀ ਪ੍ਰਾਪਤੀ ਦੇ ਰਾਹ ਤੇ ਤੁਰਦੇ ਹਨ, ਇਹ ਸਭ ਸੱਚ ਦਾ ਮਾਰਗ ਹੈ। ਪਰਮਾਤਮਾ ਸੱਚਾ ਏ, ਇਸ ਲਈ ਉਸ ਪਰਮਾਤਮਾ ਦੀ ਪ੍ਰਾਪਤੀ ਪ੍ਰੇਮਾ ਭਗਤੀ ਦਾ ਮਾਰਗ ਵੀ ਸੱਚਾ ਹੈ। 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। 68 ਪਰਵਾਨ ਮੰਨਿਆ ਪਰਮੰਨਿਆ। 68 ਤੀਰਥਾਂ ਦਾ ਇਸਨਾਨ, ਸਾਰੇ ਪੁੰਨ ਕਰਮ, ਜੀਵਾਂ ਦੇ ਉੱਤੇ ਦਇਆ ਕਰਨੀ, ਜੋ ਧਾਰਮਿਕ ਕੰਮ ਮੰਨੀ ਗਈ ਹੈ, ਇਹ ਸਭ ਕੁਝ ਸਿਮਰਨ ਦੇ ਵਿੱਚ ਹੀ ਆ ਜਾਂਦਾ ਹੈ। ਧੌਲ ਧਰਮ ਦਇਆ ਕਾ ਪੂਤ। दया धर्म का मूल है, पाप मूल अभिमान। तुलसी दया न छुड़िए, जब लग घट में प्राण। तुलसी जी ਧਰਮ ਸ਼ਾਸਤਰਾਂ ਦੇ ਵਿੱਚ ਪ੍ਰਮਾਣ ਹੁੰਦਾ। ਤੁਲਸੀ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇੱਕ ਬਚਨ ਹੈ, ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਤੁਲਸੀ ਦਇਆ ਨਾ ਛੋਡੀਐ, ਜਬ ਲਗ ਘਟ ਮੈਂ ਪ੍ਰਾਣ। ਜਿੰਨਾ ਚਿਰ ਸਰੀਰ ਦੇ ਵਿੱਚ ਪ੍ਰਾਣ ਨੇ, ਹਿਰਦੇ ਦੇ ਵਿੱਚ ਸਵਾਸ ਨੇ, ਉਹਨਾਂ ਚਿਰ ਦਇਆ ਨਹੀਂ ਛੱਡਣੀ, ਕਿਉਂਕਿ ਦਇਆ ਹੀ ਧਰਮ ਦਾ ਮੂਲ ਹੈ ਤੇ ਪਾਪ ਦਾ ਮੂਲ ਅਭਿਮਾਨ ਹੈ। ਸਾਧ ਸੰਗਤ ਜੀ, ਅਗਲੀ ਪੰਕਤੀ ਦੇ ਅੰਦਰ ਮੇਰੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਿਸਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਜਿਸ ਨੂੰ ਦੇਵੇ ਦਇਆ ਕਰ, ਸੋਈ ਪੁਰਖ ਸੁਜਾਨ। ਕੀ ਦਇਆ ਕਰਕੇ ਦਿੰਦਾ ਏ? 68 ਤੀਰਥਾਂ ਦਾ ਇਸਨਾਨ, ਸਾਰੇ ਪੁੰਨ ਕਰਮ, ਜੀਵਾਂ ਦੇ ਉੱਤੇ ਦਇਆ ਕਰਨੀ ਧਾਰਮਿਕ ਕੰਮ ਮੰਨੀ ਗਈ ਹੈ। ਇਹ ਪ੍ਰਮਾਤਮਾ ਸਿਮਰਨ ਭਜਨ ਬੰਦਗੀ ਸਿਫਤ ਸਲਾਹ ਵਾਲੇ ਜੀਵ ਵਾਲੇ ਮਨੁੱਖ ਨੂੰ ਹੀ ਦਿੰਦਾ ਏ। ਜਿਸ ਨੂੰ ਦੇਵੇ ਦਇਆ ਕਰ, ਸੋਈ ਪੁਰਖ ਸੁਜਾਨ। ਪ੍ਰਮਾਤਮਾ ਕਿਰਪਾ ਕਰਕੇ ਜਿਸ ਮਨੁੱਖ ਨੂੰ ਸਿਮਰਨ ਦੀ ਦਾਤ ਬਖਸ਼ਿਸ਼ ਕਰਦਾ ਹੈ, ਉਹ ਮਨੁੱਖ ਜ਼ਿੰਦਗੀ ਦੇ ਸਹੀ ਰਸਤੇ ਦੀ ਪਹਿਚਾਨ ਵਾਲਾ ਸਿਆਣਾ ਹੋ ਜਾਂਦਾ ਹੈ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ।
ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਹੈ ਨਾਨਕ, ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਮਾਗ ਸੁਚੇ ਸੇ ਕਾਂਡੀਐ ਹੈ, ਜਿਨ ਪੂਰਾ ਗੁਰ ਮਿਹਰਵਾਨ। ਮਾਗ ਸੁਚੇ ਸੇ ਕਾਂਡੀਐ, ਜਿਨ ਪੂਰਾ ਗੁਰ ਮਿਹਰਵਾਨ। ਕਾਂਡੀਏ ਭਾਵ ਆਖੇ ਜਾਂਦੇ ਹਨ। ਮਾਘ ਮਹੀਨੇ ਦੇ ਵਿੱਚ ਸਿਰਫ ਉਹੀ ਸੁੱਚੇ ਬੰਦੇ ਆਖੇ ਜਾਂਦੇ ਹਨ ਜਿਨ੍ਹਾਂ ਦੇ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ, ਜਿਨ੍ਹਾਂ ਨੂੰ ਸਿਮਰਨ ਦੀ ਦਾਤ ਦਿੰਦਾ ਹੈ। ਸਾਧ ਸੰਗਤ ਜੀ, ਮੇਰੇ ਪਾਤਸ਼ਾਹ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਸਾਰੀ ਹੀ ਸਿੱਖ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਵਾਲਾ ਜੀਵਨ, ਨਾਮ ਦੀਆਂ ਦਾਤਾਂ, ਅੰਮ੍ਰਿਤ ਦੀਆਂ ਦਾਤਾਂ, ਨਿਤ ਨੇਮ ਦੀਆਂ ਦਾਤਾਂ ਬਖਸ਼ਿਸ਼ ਕਰਨ। ਬਾਣੇ ਬਾਣੀ ਦਾ ਧਾਰਨੀ ਬਣਾਉਣ। ਗੁਰੂ ਘਰ ਦੀਆਂ ਹਾਜ਼ਰੀਆਂ ਭਰਨ ਦੀ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨ। ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਗੁਰੂ ਰੂਪ ਸਾਧ ਸੰਗਤ ਜੀਓ, ਆਪ ਸਾਰੀ ਹੀ ਸਿੱਖ ਸੰਗਤ ਨੂੰ ਮਾਘ ਦਾ ਮਹੀਨਾ ਖੁਸ਼ੀਆਂ ਖੇੜੇ ਲੈ ਕੇ ਆਵੇ। ਪਰਮਾਤਮਾ ਕਿਰਪਾ ਰਹਿਮਤ ਕਰਨ, ਆਪ ਦੀਆਂ ਝੋਲੀਆਂ ਮਨੋ ਕਾਮਨਾਵਾਂ ਸੰਪੂਰਨ ਕਰਨ। ਆਪਣੇ ਦਰੋਂ ਘਰੋਂ ਗੁਰਸਿੱਖੀ ਵਾਲਾ ਜੀਵਨ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ। ਇਹ ਸਨ ਅੱਜ ਦੇ ਪਾਵਨ ਸੰਗਰਾਂਦ ਦੇ ਪਵਿੱਤਰ ਦਿਹਾੜੇ ਦੇ ਮਾਘ ਮਹੀਨੇ ਦੇ ਸ਼ਬਦ ਦੇ ਅਖਰੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਦਾਸਰਿਆਂ ਤੋਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਹੋ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਦਿਓ ਪਿਆਰ ਦੇ ਨਾਲ ਅਸੀਸ ਕਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।